हर कदम कदम ਤੇ ਮੁਸ਼ਕਿਲ ਹਰ ਕਦਮ ਕਦਮ ਦੇ ਉੱਪਰ ਪ੍ਰੋਬਲਮ ਫੇਸ ਕੀਤੀ ਹੈ ਔਰ ਇਹ ਪ੍ਰੋਬਲਮ ਸਿਰਫ ਬਿਜ਼ਨਸ ਜਾਂ ਜੌਬ ਨੂੰ ਲੈ ਕੇ ਨਹੀਂ ਪਰ ਕਿਸਮਤ ਨੂੰ ਬਹੁਤ ਜ਼ਿਆਦਾ ਪੜ੍ਹਾਈ ਜਾਂ ਈਜ਼ੀ ਲਾਈਫ ਮਨਜ਼ੂਰ ਨਹੀਂ ਸੀ। ਜਾਂ ਤਾਂ ਮੈਂ ਪੜ੍ਹਾਈ ਕਰ ਲਵਾਂ ਤੇ ਜਾਂ ਮੈਂ ਕਮਾਈ ਕਰ ਲਵਾਂ ਕਿਉਂਕਿ ਇੱਕ ਪਾਸੇ ਪੈਸੇ ਚਾਹੀਦੇ ਸੀਗੇ ਘਰ ਦਾ ਗੁਜ਼ਾਰਾ ਕਰਨ ਵਾਸਤੇ, ਦਾਲ ਰੋਟੀ ਖਾਣ ਵਾਸਤੇ। ਔਰ ਉਹ 5 ਰੁਪਈਏ ਮੈਂ ਕਦੀ ਆਪਣੀ ਜ਼ਿੰਦਗੀ ਦੇ ਵਿੱਚ, ਮੈਨੂੰ ਯਾਦ ਹੈ ਕਿ ਮੈਨੂੰ ਜਿੰਨੀ ਮਰਜ਼ੀ ਭੁੱਖ ਵੀ ਲੱਗੀ ਹੋਵੇ ਮੈਂ ਕਦੀ ਰੋਕ ਕੇ ਮੂੰਗਫਲੀ ਵੀ ਸੀ ਨਹੀਂ ਖਾਧੀ। ਤੇ ਮੈਨੂੰ ਹੁੰਦਾ ਸੀ ਹੁਣ ਮੇਰੀ ਸੈਲਰੀ ਹੋ ਗਈ ਹੈ 1500 ਰੁਪਏ ਦੀ ਤੇ 50 ਰੁਪਈਏ ਦਿਹਾੜੀ ਕੱਟੀ ਜਾਣੀ ਹੈ। ਇਹ ਉਹ ਸਮਾਂ ਸੀਗਾ ਜਦੋਂ ਮੈਂ ਪੰਜਾਬ, ਹਰਿਆਣਾ, ਹਿਮਾਚਲ ਦਾ ਸ਼ਾਇਦ ਹੀ ਕੋਈ ਪਿੰਡ ਛੱਡਿਆ ਹੋਵੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਨਿਤਿਨ ਚਾਵਲਾ। ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਲੁਧਿਆਣਾ ਨੂੰ ਮੈਂ ਰਿਪਰੈਜ਼ੈਂਟ ਕਰਦਾ ਜੀ। ਤੇ ਅੱਜ ਗੱਲ ਕਰਾਂਗੇ ਮੇਰੀ ਲਾਈਫ ਜਰਨੀ ਬਾਰੇ। ਬੜੀਆਂ ਸਾਰੀਆਂ ਮੁਸ਼ਕਿਲਾਂ, ਬੜੀਆਂ ਸਾਰੀਆਂ ਪ੍ਰੋਬਲਮਸ। 20 ਸਾਲ ਤੋਂ ਮੈਂ ਕੈਪਰੀ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਮ ਤੇ ਬਿਜ਼ਨਸ ਰਨ ਕਰ ਰਿਹਾ ਹੈ ਔਰ 20 ਸਾਲ ਦੀ ਜਰਨੀ ਕੋਈ ਆਸਾਨ ਜਰਨੀ ਨਹੀਂ ਰਹੀ। ਹਰ ਕਦਮ ਕਦਮ ਤੇ ਮੁਸ਼ਕਿਲ, ਹਰ ਕਦਮ ਕਦਮ ਦੇ ਉੱਪਰ ਪ੍ਰੋਬਲਮ ਫੇਸ ਕੀਤੀ ਹੈ ਔਰ ਇਹ ਪ੍ਰੋਬਲਮ ਸਿਰਫ ਬਿਜ਼ਨਸ ਜਾਂ ਜੌਬ ਨੂੰ ਲੈ ਕੇ ਨਹੀਂ, ਲਾਈਫ ਦੇ ਵਿੱਚ ਜਦੋਂ ਅਸੀਂ ਇਸ ਦੁਨੀਆ ਦੇ ਵਿੱਚ ਆਏ ਹਾਂ ਨਾ, ਕਹਿੰਦੇ ਜੀ ਇਹ ਸਰੀਰ ਇਸ ਤਰ੍ਹਾਂ ਦਾ, ਜਦੋਂ ਅਸੀਂ ਇਸ ਦੁਨੀਆ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਪ੍ਰੋਬਲਮ ਹੀ ਫੇਸ ਕਰਨ ਵਾਸਤੇ ਆਉਂਦੇ ਹਾਂ। ਇਹ ਸਾਰੇ ਹੀ ਰਸਤਿਆਂ 'ਚੋਂ ਲੰਘ ਕੇ ਜਾਣਾ ਪੈਂਦਾ, ਇਹਨੂੰ ਹੀ ਜਰਨੀ ਕਹਿੰਦੇ ਨੇ ਲਾਈਫ ਦੀ। ਬਚਪਨ ਸ਼ੁਰੂ ਹੋਇਆ ਜੀ, ਦਿੱਲੀ ਮੇਰਾ ਬਰਥ ਹੋਇਆ, ਬੌਰਨ ਐਂਡ ਬ੍ਰੌਟ ਅਪ ਇਨ ਦਿੱਲੀ ਬੇਸਿਕਲੀ। ਹਲੇ ਬਹੁਤ ਛੋਟਾ ਸੀਗਾ, ਜਦੋਂ 5-6 ਸਾਲਾਂ ਦਾ ਹੀ ਸੀਗਾ ਤੇ ਫੈਮਿਲੀ ਨੂੰ ਸਰਕਮਸਟਾਂਸਿਸ ਕਰਕੇ, ਫਾਈਨੈਂਸ਼ੀਅਲ ਸਰਕਮਸਟਾਂਸਿਸ ਕਰਕੇ, ਬਿਜ਼ਨਸ ਸੈਟਲਮੈਂਟ ਕਰਕੇ ਆਪਣੇ ਹੋਮ ਟਾਊਨ ਲੁਧਿਆਣਾ 'ਚ ਵਾਪਸ ਸ਼ਿਫਟ ਹੋਣਾ ਪੈ ਗਿਆ। ਗ੍ਰੈਂਡ ਪੇਰੈਂਟਸ ਪਿੱਛੋਂ ਲੁਧਿਆਣੇ ਤੋਂ ਹੀ ਸੀਗੇ ਤੇ ਸਾਰੀ ਫੈਮਿਲੀ ਚਾਹੁੰਦੀ ਸੀ ਕਿ ਦੁਬਾਰਾ ਵਾਪਸ ਆ ਜਾਓ ਤੇ ਲੁਧਿਆਣੇ ਹੀ ਆ ਕੇ ਆਪਣੀ ਸੈਟਿੰਗ ਕਰੋ। ਸਕੂਲਿੰਗ ਇੱਕ ਪ੍ਰਾਈਵੇਟ ਸਕੂਲ ਤੋਂ ਪਹਿਲੇ ਲੁਧਿਆਣੇ ਸ਼ੁਰੂ ਹੋਈ ਜੀ। ਮੈਂ ਬਹੁਤ ਖੁਸ਼ਕਿਸਮਤ ਸੀਗਾ ਕਿ ਅਚਾਨਕ ਹੀ ਮੇਰੀ ਐਡਮਿਸ਼ਨ ਜਿਹੜੀ ਹੈ ਉਹ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ PIU ਦੇ ਵਿੱਚ ਹੋ ਗਈ, ਜਿਹੜਾ ਯੂਨੀਵਰਸਿਟੀ ਦੇ ਅੰਦਰ ਸਕੂਲ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ। ਮੈਨੂੰ ਪਤਾ ਨਹੀਂ ਸੀਗਾ। ਕੁੱਲ ਮਿਲਾ ਕੇ ਤਾਂ ਮੁੱਕਦੀ ਗੱਲ ਇਹ ਹੈ ਕਿ ਜੀ ਪੈਸੇ ਹੈ ਨਹੀਂ ਸੀ ਐਡਮਿਸ਼ਨ ਕਰਾਉਣ ਵਾਸਤੇ, ਕਿਸੇ ਵੀ ਪ੍ਰਾਈਵੇਟ ਸਕੂਲ 'ਚ ਐਡਮਿਸ਼ਨ ਕਰਾਉਣ ਵਾਸਤੇ ਪੈਸੇ ਹੈ ਨਹੀਂ ਸੀਗੇ। ਮੇਰਾ ਜਾ ਕੇ ਐਂਟਰੈਂਸ ਟੈਸਟ ਲਿਆ ਜੀ, ਮੇਰੀ ਐਡਮਿਸ਼ਨ ਹੋ ਗਈ। ਮੈਂ ਆਪਣੇ ਆਪ ਨੂੰ ਸਭ ਤੋਂ ਖੁਸ਼ਕਿਸਮਤ ਸਮਝਦਾ ਕਿਉਂਕਿ ਉਸ ਸਕੂਲ ਤੋਂ ਮੇਰੀ ਫਾਊਂਡੇਸ਼ਨ ਸ਼ੁਰੂ ਹੋਈ, ਜਿਹੜਾ ਸਕੂਲ ਇੱਕ ਮਾਡਲ ਸਕੂਲ ਸੀਗਾ। 10+2 ਪੰਜਾਬ ਬੋਰਡ ਤੋਂ ਕੀਤੀ, ਟੌਪਰ ਰਿਹਾ ਜੀ ਉਸ ਟਾਈਮ ਤੇ ਮੈਂ ਆਪਣੇ ਸਕੂਲ ਦੇ ਵਿੱਚ। ਬਹੁਤ ਵਧੀਆ ਪਰਸੈਂਟੇਜਸ ਦੇ ਨਾਲ ਪਾਸ ਹੋਇਆ। ਪਰ ਕਿਸਮਤ ਨੂੰ ਬਹੁਤ ਜ਼ਿਆਦਾ ਪੜ੍ਹਾਈ ਜਾਂ ਈਜ਼ੀ ਲਾਈਫ ਮਨਜ਼ੂਰ ਨਹੀਂ ਸੀਗੇ। ਮੇਰੇ ਡੈਡ, ਹਾਲੇ ਮੈਂ 8ਵੀਂ 9ਵੀਂ 'ਚ ਸੀਗਾ ਤੇ ਮੇਰੇ ਡੈਡ ਬਿਮਾਰ ਹੋ ਗਏ। ਸਰਕਮਸਟੈਂਸਿਸ ਕੁਛ ਇੱਦਾਂ ਦੇ ਹੋ ਗਏ। ਬਹੁਤ ਵਧੀਆ ਬੜੇ ਸ਼ਹਿਰ ਦੇ ਨਾਮ 'ਤੇ ਉਸ ਟਾਈਮ 'ਤੇ ਚੱਲਣ ਵਾਲੀ ਕੱਪੜੇ ਦੀ ਦੁਕਾਨ ਸਾਡੀ ਚੱਲ ਗਈ ਹੋਈ ਸੀਗੀ ਤੇ ਉਹ ਕੱਪੜੇ ਦੀ ਦੁਕਾਨ ਵੀ ਹੌਲੀ ਹੌਲੀ ਕਰਕੇ ਬੰਦ ਹੋ ਗਈ। ਇੱਕ ਦੋ ਪਲਾਟ ਲੈ ਕੇ ਰੱਖੇ ਹੋਏ ਸੀ ਘਰਦਿਆਂ ਨੇ, ਉਹ ਵੀ ਖਤਮ ਹੋ ਗਏ, ਉਹ ਵੀ ਵਿਕ ਗਏ। ਬਿਮਾਰੀ ਦੇ ਵਿੱਚ ਸਭ ਕੁਝ ਚਲਾ ਗਿਆ। ਮਾਂ ਪਿਓ ਨੇ ਦੁਕਾਨ ਇਹ ਸੋਚ ਕੇ ਖੋਲ੍ਹੀ ਸੀਗੀ ਕਿ ਮੁੰਡਾ ਹਾਲੇ 8ਵੀਂ 9ਵੀਂ 'ਚ ਪੜ੍ਹਦਾ ਪਿਆ, ਵੱਡਾ ਹੋ ਜਾਏਗਾ, ਕੱਪੜੇ ਦੀ ਦੁਕਾਨ ਸੰਭਾਲੇਗਾ, ਦੁਕਾਨ ਤੋਂ ਸ਼ੋਰੂਮ ਤੋਂ ਫੈਕਟਰੀ ਬਣਾਏਗਾ। ਪਰ ਕੀ ਕਿਸਮਤ ਨੂੰ ਮਨਜ਼ੂਰ ਸੀਗਾ ਕਿ ਕੱਪੜੇ ਦੀਆਂ ਜਾਂ ਫੈਕਟਰੀਆਂ ਜਾਂ ਦੁਕਾਨਾਂ ਦੇ ਉੱਪਰ ਤਾਂ ਬੈਠਣਾ ਆਪਣੇ ਕਿਸਮਤ 'ਚ ਹੈ ਹੀ ਨਹੀਂ ਹੈ। ਖੈਰ +2 ਤੋਂ ਬਾਅਦ ਇੱਕ ਆਪਸ਼ਨ ਰਹਿ ਗਈ ਸੀ ਹੱਥ ਵਿੱਚ, ਜਾਂ ਤਾਂ ਮੈਂ ਪੜ੍ਹਾਈ ਕਰ ਲਵਾਂ ਤੇ ਜਾਂ ਮੈਂ ਕਮਾਈ ਕਰ ਲਵਾਂ ਕਿਉਂਕਿ ਇੱਕ ਪਾਸੇ ਪੈਸੇ ਚਾਹੀਦੇ ਸੀਗੇ ਘਰ ਦਾ ਗੁਜ਼ਾਰਾ ਕਰਨ ਵਾਸਤੇ, ਦਾਲ ਰੋਟੀ ਖਾਣ ਵਾਸਤੇ, ਸਾਰੀਆਂ ਖਰਚੇ ਕੱਢਣ ਵਾਸਤੇ। 4 ਭੈਣ ਭਰਾ, ਮਾਂ ਪਿਓ ਸੀਗੇ, ਮੰਮੀ ਬਹੁਤ ਮਿਹਨਤ ਕਰਦੇ ਸੀਗੇ, ਡੈਡੀ ਬਹੁਤ ਮਿਹਨਤ ਕਰਦੇ ਸੀਗੇ। ਪਰ ਦੇਖੋ ਕਿਸਮਤ ਦੇ ਨਾਲ ਹੀ ਸਭ ਕੁਝ ਹੈ। ਔਰ ਜਦੋਂ ਅੱਗੇ ਵਧਿਆ ਤੇ ਪਹਿਲੀ ਨੌਕਰੀ ਜਿਹੜੀ ਮੈਨੂੰ ਮਿਲੀ ਉਹ 800 ਰੁਪਏ ਮਹੀਨੇ ਦੀ ਮਿਲੀ। ਸਰਕਮਸਟੈਂਸਿਸ ਬੜੇ ਪੂਅਰ ਸੀਗੇ। ਨਵਾਂ ਸਾਈਕਲ ਪਹਿਲੇ ਮੈਨੂੰ ਘਰਦਿਆਂ ਨੇ ਲੈ ਕੇ ਦਿੱਤਾ ਕਿਸੇ ਤਰੀਕੇ ਨਾਲ ਜੋੜ ਤੋੜ ਕਰਕੇ। ਉਹ ਨਵਾਂ ਸਾਈਕਲ ਮੈਂ 15 ਅਗਸਤ ਨੂੰ ਇੱਕ ਸਟੇਡੀਅਮ ਦੇ ਵਿੱਚ, ਗੁਰੂ ਨਾਨਕ ਸਟੇਡੀਅਮ ਦੇ ਵਿੱਚ ਕੋਈ 15 ਅਗਸਤ ਦਾ ਸਕੂਲ ਵਾਲਾ ਫੰਕਸ਼ਨ ਦੇਖਣ ਗਿਆ, ਉੱਥੇ ਮੇਰਾ ਸਾਈਕਲ ਚੋਰੀ ਹੋ ਗਿਆ। ਸੋ ਸਰਕਮਸਟੈਂਸਿਸ ਇੱਦਾਂ ਦੇ ਰਹੇ। ਉਸ ਤੋਂ ਬਾਅਦ ਇੰਨੇ ਪੈਸੇ ਵੀ ਕੋਲ ਨਹੀਂ ਸੀ ਕਿ ਮੈਂ ਸਾਈਕਲ ਲੈ ਸਕਦਾ। ਇੱਕ 400 ਰੁਪਏ ਦਾ ਸੈਕਿੰਡ ਹੈਂਡ ਸਾਈਕਲ ਲਿਆ। ਜਿਨ੍ਹਾਂ ਕੋਲ ਮੈਂ ਨੌਕਰੀ ਸ਼ੁਰੂ ਕੀਤੀ ਸੀ ਉਹਨਾਂ ਨੇ ਗਵਾਹੀ ਪਾਈ ਕਿ ਕੁਮਾਰ ਮੰਡੀ ਖਾਲਸਾ ਕਾਲਜ ਦੇ ਸਾਹਮਣੇ ਸਾਈਕਲ ਦੀ ਦੁਕਾਨ ਹੈ, 400 ਰੁਪਏ ਦਾ ਸੈਕਿੰਡ ਹੈਂਡ ਸਾਈਕਲ ਦੇ ਦਿਓ, 100 ਰੁਪਏ ਮਹੀਨਾ ਕਰਕੇ ਕਿਸ਼ਤ ਵਿੱਚ ਪੈਸੇ ਦਿੱਤੇ ਜਾਣਗੇ। ਸੋ ਇੱਦਾਂ ਦੀਆਂ ਮੁਸ਼ਕਿਲਾਂ ਲਾਈਫ ਦੇ ਵਿੱਚ ਫੇਸ ਹੋਈਆਂ। ਪਰ ਇੱਕ ਸੋਚ ਸੀਗੀ ਮਨ ਦੇ ਵਿੱਚ ਕਿ ਪੜ੍ਹਾਈ ਜਿਹੜੀ ਹੈ ਉਹ ਛੱਡਣੀ ਨਹੀਂ ਹੈ। ਪਤਾ ਨਹੀਂ ਸੀਗਾ ਕਿ ਇੰਗਲਿਸ਼ ਲੈਂਗੁਏਜ ਇਹਨੇ ਸਭ ਕੁਝ ਦੇ ਦੇਣਾ, ਪਤਾ ਨਹੀਂ ਸੀ ਨੌਲੇਜ ਆਫ ਕੰਪਿਊਟਰ ਇਹਨੇ ਸਭ ਕੁਝ ਦੇ ਦੇਣਾ, ਪਤਾ ਨਹੀਂ ਸੀਗਾ ਕਿ ਜਿਹੜੀਆਂ ਚੀਜ਼ਾਂ ਛੋਟੀਆਂ ਚੀਜ਼ਾਂ ਲਾਈਫ 'ਚੋਂ ਸਿੱਖੀ ਜਾ ਰਹੀਆਂ ਇਹਨਾਂ ਨੇ ਬਹੁਤ ਕੁਝ ਦੇ ਦੇਣਾ ਹੈ। ਮੈਨੂੰ ਯਾਦ ਹੈ ਕਿ ਜਦੋਂ ਬਹੁਤ ਛੋਟੀ ਸੀ ਮੇਰੀ ਨੌਕਰੀ ਸੀ, 800 ਰੁਪਏ ਤੋਂ ਸ਼ੁਰੂ ਹੋਈ, ਫਿਰ 1500 ਤੇ ਪਹੁੰਚੀ, ਫਿਰ 1800 ਤੇ ਪਹੁੰਚੀ। ਕਰੀਬ 7 ਤੋਂ 8 ਕਿਲੋਮੀਟਰ ਮੈਂ ਸਾਈਕਲ ਚਲਾ ਕੇ ਜਾਂਦਾ ਸੀਗਾ। 5 ਰੁਪਈਏ ਜੇਬ 'ਚ ਮੇਰੇ ਕੋਲ ਹੁੰਦੇ ਸੀਗੇ, 5 ਰੁਪਈਏ। ਔਰ ਉਹ 5 ਰੁਪਈਏ ਮੈਂ ਕਦੀ ਆਪਣੀ ਜ਼ਿੰਦਗੀ ਦੇ ਵਿੱਚ, ਮੈਨੂੰ ਯਾਦ ਹੈ ਕਿ ਮੈਨੂੰ ਜਿੰਨੀ ਮਰਜ਼ੀ ਭੁੱਖ ਵੀ ਲੱਗੀ ਹੋਵੇ ਮੈਂ ਕਦੀ ਰੋਕ ਕੇ ਮੂੰਗਫਲੀ ਵੀ ਸੀ ਨਹੀਂ ਖਾਧੀ। ਮੈਨੂੰ ਲੱਗਦਾ ਸੀ ਜੇ ਮੇਰਾ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਤੇ ਉਸ ਵੇਲੇ ਮੈਂ ਰਾਤ ਨੂੰ ਪੈਂਚਰ ਲਗਵਾਵਾਂਗਾ
ਜਾਂ ਮੈਂ ਮੂੰਗਫਲੀ ਖਾਵਾਂਗਾ, ਕੀ ਗੁਜ਼ਾਰਾ ਕਰਾਂ। ਕਿਤੇ ਮੈਨੂੰ 8 ਕਿਲੋਮੀਟਰ ਪੈਦਲ ਸਾਈਕਲ ਘੜੀਸ ਕੇ ਘਰ ਨਾ ਆਉਣਾ ਪੈ ਜਾਵੇ, ਉਸ ਚੱਕਰ 'ਚ ਮੈਂ ਇੱਕ 5 ਰੁਪਏ ਦਾ ਸਿੱਕਾ ਜਾਂ ਨੋਟ ਆਪਦੀ ਜੇਬ ਵਿੱਚ ਸੰਭਾਲ ਕੇ ਰੱਖਦਾ ਸੀਗਾ। ਖੈਰ ਬਹੁਤ ਉੱਚੇ ਵੱਡੇ ਡਰੀਮ ਨਹੀਂ ਦੇਖੇ ਕਿ ਕਾਰ ਹੋਵੇ ਜਾਂ ਇਸ ਤਰ੍ਹਾਂ ਹੋਵੇ, ਇੱਦਾਂ ਦਾ ਕੁਛ ਨਹੀਂ ਸੀਗਾ। ਬਸ ਇੰਨਾ ਕੁ ਡਰੀਮ ਜ਼ਰੂਰ ਸੀਗਾ ਕਿ ਸਾਈਕਲ 'ਤੇ ਜਾਂਦੇ ਹਾਂ, ਗਰਮੀ ਦਾ ਮੌਸਮ ਹੈ, ਪੂਰੀ ਭਰ ਗਰਮੀ ਦੇ ਵਿੱਚ ਸਾਈਕਲ ਚਲਾ ਕੇ ਜਾਣਾ ਅਤੇ ਉੱਥੇ ਵੀ ਜੋਬ ਕਰਨੀ ਹੈ। ਜੋਬ ਵੀ ਬਾਬਾ ਜੀ ਦੀ ਦਇਆ ਨਾਲ ਇੱਦਾਂ ਦੀ ਸੀਗੀ ਜਿੱਥੇ ਸਵੇਰੇ 9 ਵਜੇ ਪਹੁੰਚਣਾ ਅਤੇ ਜੋ 9:05 ਹੋ ਗਏ ਅਤੇ ਉਹ ਕਹਿੰਦੇ ਸੀ ਕਿ ਤੁਹਾਡੀ ਐਬਸੈਂਟ ਲੱਗ ਜਾਣੀ ਹੈ ਜੀ, ਤੁਸੀਂ 8:45 ਹੀ ਪਹੁੰਚੋ। ਅਤੇ ਮੈਨੂੰ ਹੁੰਦਾ ਸੀ ਹੁਣ ਮੇਰੀ ਸੈਲਰੀ ਹੋ ਗਈ ਹੈ 1500 ਰੁਪਏ ਦੀ ਅਤੇ 50 ਰੁਪਏ ਦਿਹਾੜੀ ਕੱਟੀ ਜਾਣੀ ਹੈ ਜੇ ਮੈਂ 5 ਮਿੰਟ ਵੀ ਲੇਟ ਹੋ ਗਿਆ। ਮੈਂ 15 ਮਿੰਟ ਪਹਿਲੇ ਪਹੁੰਚਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਤਰੱਕੀ ਹੋਈ, ਮੈਂ ਮਾਰਕੀਟਿੰਗ ਦੀ ਜੋਬ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ। ਮੈਂ ਵਾਟਰ ਫਿਲਟਰ ਘਰ ਘਰ ਵੇਚਣੇ ਸ਼ੁਰੂ ਕੀਤੇ। ਸਵੇਰੇ 7 ਵਜੇ ਉੱਠ ਕੇ 3-4 ਮੁੰਡੇ ਕੁੜੀਆਂ ਨਾਲ ਜਾਣਾ, ਬੈਲ ਮਾਰਨੀ, ਗੁੱਡ ਮਾਰਨਿੰਗ ਜੀ, ਮੇਰਾ ਨਾਮ ਨਿਤਿਨ ਚਾਵਲਾ, ਕੀ ਤੁਹਾਡੇ ਘਰ ਵਾਟਰ ਫਿਲਟਰ ਲੱਗਿਆ ਹੋਇਆ, ਵਾਟਰ ਪਿਊਰੀਫਾਇਰ ਲੱਗਿਆ ਹੋਇਆ। ਅਤੇ ਅੱਧਿਆਂ ਨੇ ਤਾਂ ਦਰਵਾਜ਼ਾ ਨਹੀਂ ਖੋਲ੍ਹਣਾ ਅਤੇ ਅੱਧਿਆਂ ਨੇ ਦਰਵਾਜ਼ਾ ਠਾਹ ਸਾਡੇ ਮੂੰਹ 'ਤੇ ਹੀ ਮਾਰਨਾ ਕਿ ਸਵੇਰੇ ਤੰਗ ਕਰਨ ਆ ਜਾਂਦੇ ਨੇ। ਪਰ ਕਿੰਨੇ ਦਰਵਾਜ਼ੇ, 2, 4, 5, 10 ਦਰਵਾਜ਼ਿਆਂ ਨੇ ਸਾਡੇ ਮੂੰਹ ਦੇ ਉੱਪਰ ਦਰਵਾਜ਼ਾ ਮਾਰਿਆ। 11ਵੇਂ ਤੋਂ ਬਾਅਦ ਕੌਨਫੀਡੈਂਸ ਲੈਵਲ ਇੰਨਾ, 3-4 ਦਰਵਾਜ਼ੇ ਵੱਜਣ ਤੋਂ ਬਾਅਦ ਤਾਂ ਇੱਕ ਵਾਰੀ ਸੋਚਦਾ ਸੀ ਕਿ ਕਿਹੜੇ ਕੰਮ 'ਚ ਪੈ ਗਿਆ ਨਿਤਿਨ ਚਾਵਲਾ, ਚੰਗੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਪੜ੍ਹਿਆ ਲਿਖਿਆ ਹੈਗਾ, ਇੰਗਲਿਸ਼ ਹੁਣ ਬੋਲਣੀ ਆਉਂਦੀ ਹੈ, ਵਧੀਆ ਜੋਬ ਲੱਭ ਲੈ। ਪਰ ਉਹ ਟਾਈਮ ਨਹੀਂ ਸੀਗਾ ਇੱਦਾਂ ਦੀਆਂ ਜੋਬਸ ਦਾ, ਵਾਈਟ ਕਾਲਰ ਜੋਬ ਦਾ। ਉਹ ਸਮਾਂ ਇੱਦਾਂ ਦਾ ਸੀਗਾ। ਸਮੇਂ ਨੇ ਬਦਲਾ ਲਿੱਤਾ ਜੀ ਅਤੇ ਮੈਂ ਸਟੇਸ਼ਨਰੀ ਇੰਡਸਟਰੀ ਜੁਆਇਨ ਕਰ ਲਈ। ਮਾਰਕੀਟਿੰਗ ਕਰਨੀ ਸ਼ੁਰੂ ਕਰਤੀ ਸਟੇਸ਼ਨਰੀ ਦੇ ਪ੍ਰੋਡਕਟ ਦੀ, ਕਲਿੱਪ ਬੋਰਡ ਤੋਂ ਲੈ ਕੇ ਵਾਈਟ ਬੋਰਡ ਤੱਕ, ਸਟੈਪਲਰ ਤੋਂ ਲੈ ਕੇ ਨੋਟ ਸਟਿਚਿੰਗ ਮਸ਼ੀਨਾਂ ਤੱਕ। ਇਹ ਉਹ ਸਮਾਂ ਸੀਗਾ ਜਦੋਂ ਮੈਂ ਪੰਜਾਬ, ਹਰਿਆਣਾ, ਹਿਮਾਚਲ ਦਾ ਸ਼ਾਇਦ ਹੀ ਕੋਈ ਪਿੰਡ ਛੱਡਿਆ ਹੋਵੇ ਕਿ ਮੈਂ ਬੱਸਾਂ ਦੇ ਵਿੱਚ ਧੱਕੇ ਨਾ ਖਾਧੇ ਹੋਣ। ਔਰ ਮੈਂ ਉਸ ਚੀਜ਼ ਨੂੰ ਇੰਜੋਏ ਕਰਦਾ ਸੀਗਾ। ਮੈਂ ਕਦੀ ਆਪਣੇ ਮੱਥੇ 'ਤੇ ਵੱਟ ਨਹੀਂ ਸੀ ਪਾਇਆ ਕਿ ਹਾਂ ਵੀ ਮੈਨੂੰ ਬੈਗ ਚੱਕ ਕੇ ਬੱਸਾਂ ਦੇ ਵਿੱਚ ਜਾਣਾ ਪੈਂਦਾ ਹੈ ਅਤੇ ਮੈਨੂੰ ਕਰਨਾ ਪੈਂਦਾ ਹੈ। ਪਰ ਖਾਸ ਚੀਜ਼ ਐਸੀ, ਮੈਂ ਬੜਾ ਇੰਜੋਏ ਕਰਦਾ ਸੀ ਉਸ ਜਰਨੀ ਨੂੰ ਕਿ ਜਿਹੜੇ 2 ਘੰਟੇ ਮੈਂ ਕਹਿੰਦਾ ਸੀ ਇੱਥੋਂ ਲੁਧਿਆਣੇ ਤੋਂ ਅੰਮ੍ਰਿਤਸਰ 3 ਘੰਟੇ ਲੱਗਦੇ ਨਾ ਪਹੁੰਚਣ ਨੂੰ, ਹਾਏ ਰੱਬਾ ਭਾਵੇਂ 3.5 ਘੰਟੇ ਲੱਗ ਜਾਣ, ਕਿਉਂਕਿ ਜਿਹੜੀ ਮੈਂ ਕਿਤਾਬ ਹੱਥ 'ਚ ਚੱਕੀ ਹੋਈ ਨਾ ਮੈਂ ਪੂਰੀ ਕਰਕੇ ਜਾਣੀ ਹੈ। ਮੈਂ ਸਾਰੇ ਲੈਕਚਰ ਆਪਦੇ, ਸਾਰੀਆਂ ਚੀਜ਼ਾਂ ਬੱਸਾਂ 'ਚ ਬਹਿ ਕੇ ਪੜ੍ਹੀਆਂ ਨੇ, ਪੂਰੇ ਜਰਨੀ ਦੇ ਡਿਊਰਿੰਗ ਪੜ੍ਹੀਆਂ ਨੇ। ਜਦੋਂ ਮੇਰਾ ਬਿਜ਼ਨਸ ਉੱਥੇ ਜੋਬ ਦਾ ਕਰਦਾ ਹੁੰਦਾ ਸੀਗਾ, ਮੈਂ ਉੱਧਰੋਂ ਆਰਡਰ ਲੈਣ ਜਾਣੇ, ਮੈਂ ਰਸਤੇ 'ਚ ਜਾਂਦੇ ਵੀ ਨਹੀਂ, ਇੱਕ ਕਿਤਾਬ ਪੜ੍ਹਦੇ ਜਾਣਾ, ਵਾਪਸੀ ਤੇ ਦੂਜੀ ਕਿਤਾਬ ਪੜ੍ਹਦੇ ਜਾਣਾ। ਕਿਤਾਬਾਂ ਪੜ੍ਹਨ ਦੇ ਵਿੱਚ ਇੰਨਾ ਸ਼ੌਕ ਹੋ ਗਿਆ। ਡਿਗਰੀਆਂ, ਡਿਪਲੋਮਾ ਨੇ ਤਾਂ ਚੱਲ ਪੂਰਾ ਹੋਣਾ ਹੀ ਸੀਗਾ ਸਮੇਂ ਦੇ ਹਿਸਾਬ ਨਾਲ। ਸਭ ਤੋਂ ਵੱਡੀ ਖਾਸ ਗੱਲ ਇਹ ਹੋਈ, ਮੇਰੇ ਹੱਥ 2 ਜਾਂ 3 ਇੱਦਾਂ ਦੀਆਂ ਕਿਤਾਬਾਂ ਲੱਗੀਆਂ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ। ਇੱਦਾਂ ਜਰਨੀ ਚੱਲੀ ਗਈ ਜੀ। ਇੰਗਲਿਸ਼ ਲੈਂਗੁਏਜ ਦੀ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ। ਆਈ ਵਾਸ ਟੋਪਰ ਅਦਰਵਾਈਜ਼ ਸਕੂਲ ਬੇਸ 'ਤੇ, ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਗਾ ਅਤੇ ਬਟ ਫਲੂਐਂਟ ਸੀ ਕਿਉਂਕਿ ਮਾਹੌਲ ਨਹੀਂ ਸੀਗਾ। ਮੈਨੂੰ ਲੱਗਿਆ ਕਿ ਇੰਗਲਿਸ਼ ਲੈਂਗੁਏਜ ਇਟਸ ਆਲ ਅਬਾਊਟ ਮਾਹੌਲ। ਇਹਨਾਂ ਦੇ ਡਿਊਰਿੰਗ ਹੀ ਮੇਰਾ ਦਿੱਲੀ ਚੱਕਰ ਲੱਗਣੇ ਸ਼ੁਰੂ ਹੋ ਗਏ। ਮੈਂ ਦਿੱਲੀ, ਮੇਰਾ ਫਰੈਂਡ ਸਰਕਲ ਬਣ ਗਿਆ 4-5 ਲੋਕਾਂ ਨਾਲ। ਇੱਕ ਵਾਰੀ ਮੈਨੂੰ ਯਾਦ ਹੈ ਮੈਂ ਦਿੱਲੀ ਇੱਕ ਪਾਰਟੀ ਦੇ ਵਿੱਚ ਬੈਠਾ ਹੋਇਆ ਸੀਗਾ, ਅਸੀਂ ਸ਼ਾਮ ਨੂੰ ਡਿਨਰ ਵਗੈਰਾ ਕਰ ਰਹੇ ਸੀਗੇ ਅਤੇ ਮੇਰੇ ਉੱਥੇ ਦਿੱਲੀ ਦੇ 3-4 ਦੋਸਤਾਂ ਨੇ ਮੈਨੂੰ ਕਿਹਾ, ਕਹਿੰਦੇ ਯੂ ਡੋਂਟ ਸਪੀਕ ਇਨ ਇੰਗਲਿਸ਼, why don't you speak in English? You are a good communicator, but why do you speak in Hindi or Punjabi? ਤੁਸੀਂ ਇੰਗਲਿਸ਼ 'ਚ ਗੱਲ ਕਿਉਂ ਨਹੀਂ ਕਰਦੇ? ਮੈਂ ਹਾਲੇ ਸੋਚ ਹੀ ਰਿਹਾ ਸੀ ਕਿ ਇਹਦਾ ਆਨਸਰ ਕੀ ਹੋਣਾ, ਕਿਉਂਕਿ ਆਨਸਰ ਮੇਰੇ ਮਨ 'ਚ ਤਾਂ ਚੱਲ ਰਹੇ ਸੀਗੇ ਪਰ ਜ਼ੁਬਾਨ 'ਤੇ ਨਹੀਂ ਆ ਰਹੇ ਸੀਗੇ। ਅਤੇ ਉਹਨਾਂ 'ਚੋਂ ਇੱਕ ਬੋਲੇ, ਹਾਂ ਤੁਸੀਂ ਪੰਜਾਬ ਬੋਰਡ 'ਚੋਂ ਪੜ੍ਹੇ ਹੋ ਨਾ, ਇਸ ਕਰਕੇ। ਇਹ ਛੋਟੀ ਜਿਹੀ ਗੱਲ ਮੈਨੂੰ ਬਹੁਤ ਜ਼ਿਆਦਾ ਪਿੰਚ ਕੀਤੀ ਕਿ ਪੰਜਾਬ ਬੋਰਡ ਦਾ ਬੱਚਾ ਪੜ੍ਹਿਆ ਹੋਇਆ ਇੰਗਲਿਸ਼ ਨਹੀਂ ਬੋਲ ਸਕਦਾ। Who told you? Degrees and diplomas and boards and universities are not guaranteed to your success, especially for any language. ਇੱਕ ਇਨਸਾਨ ਚਾਹੇ ਤਾਂ ਜ਼ਿੰਦਗੀ ਦੇ ਵਿੱਚ 10, 20, 50, 100 ਜਿੰਨੀਆਂ ਲੈਂਗੁਏਜਿਸ ਚਾਹੇ ਉਨੀਆਂ ਲੈਂਗੁਏਜਿਸ ਸਿੱਖ ਸਕਦਾ ਹੈ। ਇਟ ਵਾਸ ਜਸਟ ਐਨ ਇੰਗਲਿਸ਼ ਲੈਂਗੁਏਜ ਜਿਹੜੀ ਸਾਡੀ ਬਚਪਨ ਤੋਂ ਏ ਐਪਲ ਤੋਂ ਹੀ ਪਹਿਲਾ ਹੀ ਵਰਡ ਸਾਨੂੰ ਏ ਫॉर ਐਪਲ ਸਿਖਾਇਆ ਜਾਂਦਾ ਹੈ, ਜਿਹੜੀ ਐਂਡ ਤੱਕ ਚੱਲਦੀ ਹੈ ਸ਼ੁਰੂ ਤੋਂ ਲੈ ਕੇ। ਆਈ ਸਟਾਰਟਡ ਲਰਨਿੰਗ ਇੰਗਲਿਸ਼। ਮੈਂ ਇੰਗਲਿਸ਼ ਸਿੱਖਣੀ ਸ਼ੁਰੂ ਕੀਤੀ। ਇੰਗਲਿਸ਼ ਬੁੱਕਸ ਪੜ੍ਹਨ ਦਾ ਪਹਿਲੇ ਸ਼ੌਂਕ ਸੀਗਾ। ਸਭ ਤੋਂ ਪਹਿਲੀ ਆਦਤ ਬਣਾਈ ਇੰਗਲਿਸ਼ ਦਾ ਮਿਊਜ਼ਿਕ ਸੁਣਨ ਦੀ। ਮਿਊਜ਼ਿਕ ਸੁਣਨਾ ਸ਼ੁਰੂ ਕੀਤਾ, ਗਾਣੇ ਸੁਣਨੇ ਸ਼ੁਰੂ ਕੀਤੇ, ਲਿਰਿਕਸ ਨੋਟ ਕਰਨੇ ਸ਼ੁਰੂ ਕਰਤੇ, ਜੋ ਬੋਲਦੇ ਸੀ ਲਿਖਣਾ ਸ਼ੁਰੂ ਕਰਤਾ, ਉਹਨਾਂ ਨਾਲ ਗਾਣਾ ਸ਼ੁਰੂ ਕਰਤਾ। ਇੱਦਾਂ ਦਿਸ ਇਜ਼ ਹਾਊ ਆਈ ਸਟਾਰਟਡ ਮਾਈ ਪ੍ਰੈਕਟਿਸ। ਐਂਡ ਯੂ ਡੋਂਟ ਬਿਲੀਵ, ਇੰਗਲਿਸ਼ ਤਾਂ ਜੀ ਜਿੱਦਾਂ ਇਟ ਬਿਕਮ ਅ ਪਾਰਟ ਆਫ ਡੇਜ਼ ਵਰਕ ਕਿ ਰੋਜ਼ ਆਪਣੇ ਆਪ ਹੀ ਮੂੰਹ ਤੋਂ ਨਿਕਲਣੀ ਸ਼ੁਰੂ ਹੋ ਗਈ। ਹੌਲੀ ਹੌਲੀ ਮੈਂ ਆਪਦੀ ਜੋਬ ਤੋਂ ਛੁੱਟੀ ਲੈ ਕੇ ਦਿੱਲੀ ਸ਼ਿਫਟ ਕੀਤਾ ਅਤੇ ਮੈਂ ਉੱਥੇ ਜਾ ਕੇ ਬ੍ਰਿਟਿਸ਼ ਕਾਊਂਸਲ ਜੁਆਇਨ ਕੀਤਾ ਜੀ, ਜਿਹੜਾ ਇੰਗਲਿਸ਼ ਦੀ ਸਭ ਤੋਂ ਵੱਡੀ ਬਾਡੀ ਸੀਗੀ। ਉਹਨਾਂ ਨੇ ਇੰਗਲਿਸ਼ ਪੜ੍ਹਾਉਣੀ ਸ਼ੁਰੂ ਕੀਤੀ। ਦੇ ਆਰ ਬੈਸਟ ਟ੍ਰੇਨਰਸ। ਬ੍ਰਿਟਿਸ਼ ਕਾਊਂਸਲ ਦਿੱਲੀ, ਜਦੋਂ ਮੈਂ 17 ਕਸਤੂਰਬਾ ਗਾਂਧੀ ਮਾਰਗ ਜੁਆਇਨ ਕੀਤਾ, ਉੱਥੇ ਮੈਨੂੰ ਲੱਗਿਆ ਕਿ ਇੰਗਲਿਸ਼ ਹੈ। ਉੱਥੇ ਮੈਂ 1-2 ਲੈਕਚਰ ਅਟੈਂਡ ਕੀਤੇ, 2-4-5 ਸੈਮੀਨਾਰ ਅਟੈਂਡ ਕੀਤੇ, ਛੋਟੇ ਕੋਰਸ ਸੀਗੇ ਉਹਨਾਂ ਦੇ। ਇੱਕ ਉਹਨਾਂ ਨੇ ਮੈਨੂੰ ਕੋਰਸ ਦੱਸਿਆ ਕਿ ਨਾਓ ਯੂ ਗੋ ਫॉर IELTS ਟ੍ਰੇਨ ਦਾ ਟ੍ਰੇਨਰ ਪ੍ਰੋਗਰਾਮ ਐਂਡ ਸਟਾਰਟ ਜੁਆਇਨਿੰਗ ਦਿਸ ਕੋਰਸ ਐਂਡ ਲਾਂਚ IELTS ਪ੍ਰੋਡਕਟ ਇਨ ਪੰਜਾਬ। ਇਟ ਵਾਸ ਆਲਰੇਡੀ ਲਾਂਚਡ ਪ੍ਰੋਡਕਟ ਦਾ ਸੀਗਾ, ਬਟ ਇਟ ਵਾਸ ਨੋਟ ਸੋ ਮਚ ਪੋਪੂਲਰ। ਮੈਂ ਵੀ ਨਹੀਂ ਸੀ ਸੁਣਿਆ, ਮੇਰੇ ਘਰਦਿਆਂ ਨੇ ਵੀ ਨਹੀਂ ਸੀ ਸੁਣਿਆ, ਅਤੇ ਯੰਗ ਜਨਰੇਸ਼ਨ ਨੇ 2002 ਮੈਂ ਅੱਜ ਤੋਂ 20 ਸਾਲ ਪੁਰਾਣੀ ਗੱਲ ਕਰ ਰਿਹਾ, ਉਸ ਵੇਲੇ IELTS ਕਿਸੇ ਨੇ ਨਹੀਂ ਸੀ ਸੁਣਿਆ।
पंजाब च वापस आया जी, मैं इंग्लिश करके 4-5 महीने 6 महीने मैं दिल्ली रहा, मेरा माहौल चेंज हो गया, ब्रिटिश काउंसिल आन जान लग पिया, वधिया ਜਿਹੜੇ लोग उत्थे इंग्लिश बोलते सी उन्हां नाल कम्यूनीकेट हो गया, उन्हां कोल सारे गोरे सीगे, सारे अंग्रेज सी ਜਿਹੜੇ पढ़ाते सीगे, सारा स्टाफ सी, तो फ्लूएंसी लेवल बड़ा हाई हो गया। आई केम बैक टू लुधियाना, आई स्टार्टेड माई ओन इंस्टीट्यूशन हेयर, एक छोटा जिहा कैपरी इंस्टीट्यूट के नाम से घर के कोल ही एक छोटी जी जगह लैके एक कमरा, 1 रूम स्टडी सेंटर, सिर्फ एक कमरा सीगा, ਜਿਹੜਾ ਉਹਨਾਂ ਦੇ ਬਾਹਰ ਇੱਕ ਛੋਟਾ ਜਿਹਾ ਵਿਹੜਾ ਸੀਗਾ, ਫਸਟ ਫਲੋਰ ਤੇ ਬਣਿਆ ਹੋਇਆ ਸੀਗਾ, ਨੀਚੇ ਦੁਕਾਨਾਂ ਸੀਗੀਆਂ, ਉੱਥੇ ਅਸੀਂ ਥੋੜ੍ਹੇ ਜਿਹਾ ਲੱਕੜ ਦਾ ਕੈਬਿਨ ਜਿਹਾ ਬਣਾ ਕੇ ਉੱਥੇ ਆਪਣਾ ਆਫਿਸ ਬਣਾ ਲਿਆ। ਇੱਕ ਲੜਕੀ ਟੀਚਰ ਇੰਗਲਿਸ਼ ਨਾਲ ਰੱਖੀ, MA ਇੰਗਲਿਸ਼, ਐਂਡ ਅਨਦਰ ਵਾਸ ਆਈ ਪਰਸਨ, ਅਸੀਂ ਸਟਾਰਟਡ ਵਰਕਿੰਗ ਲਾਈਕ ਦਿਸ। ਬਜਟ ਹੈ ਨਹੀਂ ਸੀਗਾ, 3000 ਰੁਪਈਆ ਮੇਰੇ ਬੌਸ ਨੇ, ਜਿੱਥੋਂ ਮੈਂ ਜੌਬ ਕਰਦਾ ਸੀ, ਉਹਨਾਂ ਨੇ ਮੈਨੂੰ ਉਧਾਰ ਦਿੱਤਾ ਕਿ ਆ 3000 ਰੁਪਈਆ ਬੇਟਾ ਜੀ, ਇਫ ਯੂ ਵਾਂਟ ਟੂ ਸਟਾਰਟ ਯੂਰ ਓਨ ਬਿਜ਼ਨਸ, ਆਈ ਐਮ ਰੈਡੀ, ਮੈਂ ਤੇਰੀ ਹੈਲਪ ਕਰਨ ਨੂੰ ਤਿਆਰ ਹਾਂ, ਤੂੰ ਚੱਕ ਪੈਸੇ, ਕੋਈ ਗੱਲ ਨਹੀਂ, ਤੂੰ ਸਟਾਰਟ ਕਰ ਲੈ ਇੰਡਸਟਰੀ। ਪਰ ਮੇਰੀ ਫੈਮਿਲੀ ਨਹੀਂ ਅਗਰੀ ਸੀ। 3500 ਰੁਪਈਆ ਉਸ ਵੇਲੇ ਮੇਰੀ ਸੈਲਰੀ ਹੋ ਗਈ ਸੀ, ਕੁਛ ਇਨਸੈਂਟਿਵ ਵੀ ਥੋੜ੍ਹੇ ਜਿਹੇ ਬਣ ਜਾਂਦੇ ਸੀਗੇ। ਘਰ ਦੇ ਕਹਿੰਦੇ ਕਿ ਤੇਰਾ ਗੁਜ਼ਾਰਾ ਵਧੀਆ ਚੱਲ ਰਿਹਾ, ਅੱਜ ਤੋਂ 20 ਸਾਲ ਪਹਿਲੇ ਦੀ ਗੱਲ ਹੈ, 3500 ਰੁਪਈਏ ਦੀ ਫਿਰ ਵੀ ਇੰਨੀ ਕੁ ਵੈਲਿਊ ਸੀ, ਮੇਰੀ ਰੋਟੀ ਚੱਲ ਰਹੀ ਸੀ। ਘਰ ਦੇ ਕਹਿੰਦੇ ਰੋਟੀ ਚੱਲ ਰਹੀ ਹੈ, ਤੂੰ ਗੁਜ਼ਾਰਾ ਕਰੀ ਜਾ, ਸਿਸਟਰ ਵੀ ਟਿਊਸ਼ਨਾਂ ਪੜ੍ਹਾ ਰਹੀ ਹੈ, बट तू आपदा गुजारा ये ही करी जा तो ज़्यादा बैटर है, बिजनेस का पंगा नाल है, असी मसां ही रोटी खाने जोगा होए हैं। बट की करदा, किस्मत दे विच लिखिया सीगा, मैं इधरले पासे एक कदम चक्या। तुसीं यकीन करो, जदों मई 2002 दे विच मैं ऑफिस अपना ऑफिशियली ਉਹਦੀ ਇਨੋਗ੍ਰੇਸ਼ਨ ਕੀਤੀ, ਛੋਟੀ ਜੀ ਇੱਕ ਹਵਨ ਕੀਤਾ ਤੇ ਅਸੀਂ ਉੱਥੇ ਬਹਿਣਾ ਸ਼ੁਰੂ ਕਰਤਾ। ਪਹਿਲੇ 45 ਦਿਨ ਸਾਡੇ ਕੋਲ ਇੱਕ ਵੀ ਬੱਚਾ ਕੋਰਸ ਪਤਾ ਕਰਨ ਹੀ ਨਹੀਂ ਆਇਆ। ਇੰਨੀ ਮਿਹਨਤ, ਔਰ ਕੋਈ ਬੰਦਾ ਕਿੰਨਾ ਕੁ ਡਿਸਹਾਰਟਡ ਹੋ ਸਕਦਾ ਹੈ। ਗੱਲ ਉੱਥੇ ਆ ਗਈ ਕਿ ਕਿੰਨੇ ਕੁ ਦਰਵਾਜ਼ੇ ਤੁਸੀਂ ਖੜਕਾ ਸਕਦੇ ਹੋ, 1 2 4 5 10 20 ਜਗ੍ਹਾ ਜਗ੍ਹਾ ਤੇ ਪੋਸਟਰ, ਜਗ੍ਹਾ ਜਗ੍ਹਾ ਤੇ ਪੈਂਫਲੇਟ, ਨੋਬਡੀ ਟਰਨਡ ਅਪ। 45 ਦਿਨਾਂ ਬਾਅਦ 2 ਬੱਚੇ ਆਏ, ਸਾਡੇ ਟੀਚਰ ਨੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ, ਮੈਂ ਨਾਲ ਮੋਟੀਵੇਸ਼ਨ ਦੇਣੀ ਸ਼ੁਰੂ ਕੀਤੀ। ਉਹ ਮੋਟੀਵੇਸ਼ਨ ਤੋਂ ਟੀਚਰ ਤੋਂ ਉਹ 2 ਬੱਚਿਆਂ ਨੇ ਅੱਗੋਂ 2 ਤੋਂ 4, 4 ਤੋਂ 10, 10 ਤੋਂ 20 ਕਦੋਂ ਕਰਤੇ ਸਾਨੂੰ ਪਤਾ ਨਹੀਂ ਲੱਗਿਆ। 17 जनवरी 2004 ਨੂੰ ਪਹਿਲਾ ਪੇਪਰ ਆਇਲਸ ਦਾ ਹੋਇਆ। ਮੈਂ ਬ੍ਰਿਟਿਸ਼ ਕਾਉਂਸਲ ਦਿੱਲੀ ਵਿੱਚ ਗਿਆ, ਮੈਂ ਉੱਥੇ ਗੱਲ ਕੀਤੀ ਕਿ ਲੁਧਿਆਣੇ ਪੇਪਰ ਵੀ ਹੋਣਾ ਚਾਹੀਦਾ ਜੀ। ਉਸ ਸਮੇਂ ਲੁਧਿਆਣੇ ਪੇਪਰ ਨਹੀਂ ਸੀ ਹੁੰਦਾ, ਔਰ ਲੋਕਾਂ ਦਾ ਬੜਾ ਟਰੈਂਡ ਸੀਗਾ ਕਿ ਚੰਡੀਗੜ੍ਹ ਜਾ ਕੇ ਪੇਪਰ ਦੇਣਾ ਜਾਂ ਦਿੱਲੀ ਜਾ ਕੇ ਪੇਪਰ ਦੇਣਾ ਹੈ। ਪੇਪਰ ਬੇਸ ਐਗਜ਼ਾਮ ਹੁੰਦਾ ਸੀਗਾ। आई विजिटेड ब्रिटिश काउंसिल दिल्ली, ਜਿਹੜੇ ਉਹਦੇ ਦੇ ਉਸ ਟਾਈਮ ਦੇ ਹੈੱਡ ਹੁੰਦੇ ਸੀ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੂੰ ਇੱਕ ਲੈਟਰ ਵੀ ਲਿਖ ਕੇ ਦਿੱਤੀ ਕਿ ਸਾਡੇ ਕੋਲ 10 20 50 ਬੱਚੇ ਪੜ੍ਹਨੇ ਆਉਣਾ ਸ਼ੁਰੂ ਹੋ ਗਏ ਨੇ ਤੇ ਤੁਸੀਂ ਆਪਦਾ ਐਗਜ਼ਾਮ ਦਿਓ। 17 जनवरी 2004 ਨੂੰ ਪਹਿਲਾ ਪੇਪਰ ਲੁਧਿਆਣੇ ਹੋਟਲ ਪਾਰਕ ਪਲਾਜ਼ਾ ਦੇ ਵਿੱਚ ਹੋਇਆ, ਜਿਹੜਾ ਅਸੀਂ ਆਰਗੇਨਾਈਜ਼ ਕਰਵਾਇਆ। ਸ਼ੁਰੂ ਦੇ ਹਾਲਾਤਾਂ ਦੇਖਤੇ ਤਾਂ ਮੇਰੇ ਫਾਦਰ ਨੇ ਮੈਨੂੰ ਇਹ ਕਿਹਾ ਸੀ, ਕਹਿੰਦੇ 1500 ਰੁਪਈਆ ਕਿਰਾਇਆ ਬਿਲਡਿੰਗ ਦਾ ਜਿਹੜਾ ਤੂੰ ਲਿਆ ਕਮਰਾ ਕਿਰਾਏ ਤੇ ਤੋਂ ਕਿਰਾਇਆ ਨਹੀਂ ਨਿਕਲਣਾ, 500 ਰੁਪਏ ਮਹੀਨਾ ਤੂੰ ਫੀਸ ਰੱਖੀ ਹੈ, ਯਾਦ ਰੱਖੀ। 3500 ਦੀ ਨੌਕਰੀ ਛੱਡੀ ਹੈ ਵੱਖਰੀ। ਕਹਿੰਦੇ ਤੈਨੂੰ ਕੀ ਲੱਗਦਾ ਕਿੰਨੇ ਬੱਚੇ ਆਣਗੇ? 5 10 15 20, ਕਹਿੰਦੇ 50 ਵੀ ਨਹੀਂ ਆਣੇ ਪੂਰੇ ਸਾਲ ਦੇ ਵਿੱਚ। ਕਹਿੰਦੇ ਤੈਨੂੰ ਬੰਦ ਕਰਨਾ ਪੈਣਾ। ਪਰ ਮਨਜ਼ੂਰ ਬਾਬਾ ਜੀ ਨੂੰ ਕੁਛ ਹੋਰ ਸੀਗਾ। 10 ਸਾਲ ਜਦੋਂ ਅਸੀਂ ਮਨਾਏ, 2002 ਤੋਂ ਬਾਅਦ 2012 ਦੇ ਵਿੱਚ ਅਸੀਂ ਕਾਊਂਟ ਕੀਤਾ, ਸਾਰਾ ਰਜਿਸਟਰ ਚੱਕ ਕੇ, ਸਾਰੇ ਰਿਕਾਰਡ ਕੱਢ ਕੇ, ਕੰਪਿਊਟਰ ਸੌਫਟਵੇਅਰ ਦੇਖ ਕੇ, CRM ਚੈੱਕ ਕੀਤੇ, ਅਸੀਂ 20,000 ਬੱਚਾ ਪਹਿਲੇ 10 ਸਾਲਾਂ ਦੇ ਵਿੱਚ ਟ੍ਰੇਨਡ ਕਰ ਚੁੱਕੇ ਹੋਏ ਸੀਗੇ, ਚਾਹੇ ਉਹ ਆਇਲਸ ਵਿੱਚ ਸੀਗਾ, ਚਾਹੇ ਸਪੋਕਨ ਇੰਗਲਿਸ਼ ਵਿੱਚ ਸੀਗਾ। ਉਹ ਜਰਨੀ ਜਿਹੜੇ ਪਹਿਲੇ 45 ਦਿਨ 2 ਬੰਦੇ ਵੀ ਨਹੀਂ ਆਏ, ਤੇ ਉਹ 2 ਤੋਂ ਲੈ ਕੇ 20,000 ਬੱਚਿਆਂ ਤੱਕ ਦੀ ਜਰਨੀ ਜਿਹੜੀ ਸੀਗੀ, ਜੇ ਅਸੀਂ 10 ਸਾਲਾਂ 'ਚ ਡਿਵਾਈਡ ਕਰੀਏ ਤੇ ਸਾਲ ਦੇ 2000 ਬੱਚੇ ਤੇ ਮਹੀਨੇ ਦਾ 200 ਬੱਚਾ ਤੇ ਰੋਜ਼ ਦੀਆਂ 10 ਐਡਮਿਸ਼ਨਾਂ ਤੱਕ ਅਸੀਂ ਪਹੁੰਚ ਗਏ ਸੀ। ਮੋਟੀਵੇਸ਼ਨ ਲੈਵਲ ਤਾਂ ਆਪੇ ਹੀ ਅੱਗੇ ਜਾਣਾ ਸੀ। ਪਤਾ ਨਹੀਂ ਲੱਗਿਆ ਮਾਲਕ ਨੇ ਕਦੋਂ ਸਾਈਕਲ ਤੋਂ ਸਕੂਟਰ, ਸਕੂਟਰ ਤੋਂ ਕਾਰ, ਕਾਰਾਂ ਤੋਂ ਸਭ ਕੁਛ, ਜੋ ਵੀ ਅੱਜ ਦੀ ਡੇਟ ਦੇ ਵਿੱਚ ਖੁਆਇਸ਼ ਹੁੰਦੀ ਹੈ, ਉਹ ਸਾਰੀ ਦੀ ਸਾਰੀ ਹੀ ਮਾਲਕ ਸੋਚਣ ਤੋਂ ਪਹਿਲੇ ਹੀ ਪੂਰੀ ਕਰ ਦਿੰਦਾ ਹੈ, ਹਰ ਡਿਮਾਂਡ ਜਿਹੜੀ ਹੈ। ਇਹ ਸਾਰੀ ਉਹ ਨੌਲੇਜ ਸੀ, ਇਹ ਸਾਰੀ ਉਹ ਜਰਨੀ ਸੀ, ਸਾਰੀ ਉਹ ਚੀਜ਼ਾਂ ਸੀ ਜਿਹੜੀਆਂ ਅਸੀਂ ਸਿੱਖੀਆਂ। ਇਹ ਨਹੀਂ ਹੈ ਕਿ ਹੁਣ ਪ੍ਰੋਬਲਮਸ ਖਤਮ ਹੋ ਗਈਆਂ ਲਾਈਫ ਦੇ ਵਿੱਚ, ਪ੍ਰੋਬਲਮਸ ਤਾਂ ਚੱਲਦੀਆਂ ਰਹਿਣੀਆਂ, ਜਦ ਤੱਕ ਜ਼ਿੰਦਗੀ ਹੈ ਤਦ ਤੱਕ ਪ੍ਰੋਬਲਮਸ ਚੱਲਦੀਆਂ ਰਹਿਣੀਆਂ ਨੇ। ਬਟ ਸ਼ੁਕਰਗੁਜ਼ਾਰ ਹੈ ਤੁਹਾਡੇ ਸਾਰਿਆਂ ਦੇ, ਸ਼ੁਕਰਗੁਜ਼ਾਰ ਹੈ ਉਸ ਕੁਲ ਮਾਲਕ ਦੇ, ਜਿਨ੍ਹਾਂ ਨੇ ਇਸ ਕਾਬਿਲ ਬਣਾਇਆ ਕਿ ਅੱਜ ਤੁਹਾਡੇ ਸਾਹਮਣੇ ਖੜੇ ਆ। ਸਤਿ ਸ਼੍ਰੀ ਅਕਾਲ।